दंडोत वंदन कुवार। सर्वकला समरथ डोलन दे राखो प्रभु, नानक दे कर हथ। हे प्राणनाथ गोविंद, कृपा निधान जगत गुरु। हे संसार ताप हरन, करुणा मैं सब दुख हरो। हे शरण जोग दयाल, दीनानाथ मया करो। शरीर स्वस्थ खीन समय, सिमरंत नानक राम दमोदर माधवै। बेशुमार अथाह गणत अतुलै, ज्यों बुलावो त्यों नानक दास बोलै। सतनाम श्री वाहिगुरु साहिब जी। श्लोक महला पहला। विस्माद नाद विस्माद वेद, विस्माद जी विस्माद भेद। विस्माद रूप विस्माद रंग, विस्माद नागे फिरै जंत। विस्माद पौन विस्माद पानी, विस्माद अग्नि खेडै विडाणी। विस्माद धरती विस्माद खानी, विस्माद साध लगै प्राणी। विस्माद संजोग विस्माद वियोग, विस्माद भुख विस्माद भोग। विस्माद सिवत विस्माद सलाह, विस्माद ओजड़ विस्माद राह। विस्माद नेड़े विस्माद दूर, विस्माद देखै हाजरा हजूर। वेख विडान रहा विस्माद, नानक बूझण पूरै भाग। वेग विडान रहा विस्माद, नानक बूझण पूरै भाग। वाहिगुरु जी का खालसा, वाहिगुरु जी की फतेह। परम सत्कारयोग जुगो जुग अटल चवर छतर तखत मालक। हाजरा हजूर जारा जहूर, सर्व कला भरपूर। शब्द गुरु धन धन श्री गुरु ग्रंथ साहिब जी महाराज। बख्शिश कर रहे हैं अमृत वेले तो। किरपा करके सतसंगत का अमोलक समा बख्शिया है। सतगुरु जी की किरपा सदका इस पावन अस्थान ते गुरबाणी की जो लड़ीवार कथा चल रही है, तिस दे तहत आसा की वार दी तीसरी पौड़ी, उस दे नाल जो दो श्लोक श्री गुरु नानक देव महाराज जी दे आए हैं। पहले श्लोक का पाठ आप जी ने सरवण किया है। सतगुरु जी दे पावन अमृत बचन श्री गुरु ग्रंथ साहिब महाराज जी दे पावन अंग 463 और 464 अंग ते सुभाएमान हैं। आसा की वार दी पावन बाणी की जो कथा है,
ਪੌੜੀਆਂ ਦੇ ਨਾਲ ਜੋ ਸ਼ਲੋਕ ਗੁਰੂ ਪਾਤਸ਼ਾਹ ਜੀ ਨੇ ਦਰਜ ਕੀਤੇ ਹਨ, ਪੌੜੀ ਦੇ ਵਿੱਚ ਜਿਹੜਾ ਗੋਝ ਭਾਵ ਰੱਖਿਆ ਹੈ ਉਸ ਨੂੰ ਸ਼ਲੋਕਾਂ ਦੇ ਦੁਆਰਾ ਵਿਸਤਾਰ ਕੀਤਾ ਹੈ। ਉਹ ਸ਼ਲੋਕ ਹੀ ਪੌੜੀਆਂ ਨਾਲ ਦਰਜ ਹਨ, ਜਿਹੜੇ ਪੌੜੀ ਦੇ ਗੋਝ ਭਾਵ ਨੂੰ ਖੋਲ੍ਹਦੇ ਹਨ। ਜਿਵੇਂ ਆਪ ਜੀ ਨੇ ਪਿਛਲੀਆਂ 2 ਪੌੜੀਆਂ ਦੇ ਨਾਲ ਜੋ ਸੰਬੰਧਿਤ ਸ਼ਲੋਕ ਆਏ, ਉਹ ਆਪ ਜੀ ਨੇ ਕਥਾ ਵਿਚਾਰ ਸਰਵਣ ਕੀਤੀ ਹੈ। ਇੱਥੇ ਤੀਸਰੀ ਪੌੜੀ ਔਰ ਉਸ ਦੇ ਨਾਲ ਜੋ 2 ਸ਼ਲੋਕ ਹਨ, ਉਹ ਕਥਾ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਆਪ ਵਿੱਚ ਵਰਤ ਕੇ ਸੇਵਾ ਲੈਣ। ਪਹਿਲੇ ਸ਼ਲੋਕ ਦੀ ਵਿਚਾਰ ਆਪਾਂ ਕਰਨੀ ਹੈ। ਉਸ ਤੋਂ ਪਹਿਲਾਂ ਪੌੜੀ ਨੂੰ ਵੇਖਣਾ ਪਵੇਗਾ। ਪੌੜੀ ਵਾਲਾ ਜੋ ਸ਼ਬਦ ਹੈ, ਪੌੜੀ ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਭੋਰ ਸਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀਐ, ਬੈ ਲੇਖਾ ਕਰ ਸਮਝਾਇਆ, ਥਾਉ ਨਾ ਹੋਵੀ ਪੌਦੀ ਹੁਣ ਸੁਣੀਐ, ਕਿਆ ਰਵਾਇਆ ਮਨ ਅੰਧੈ ਜਨਮ ਗਵਾਇਆ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਆਪਣੀ ਮਨ ਮਰਜ਼ੀ ਦੇ ਇੱਛਤ ਭੋਗ ਭੋਗ ਕੇ ਜੀਵ ਭਸਮ ਹੋ ਗਿਆ, ਖਤਮ ਹੋ ਗਿਆ, ਸਵਾਹ ਹੋ ਗਿਆ, ਔਰ ਵਿੱਚ ਜਿਹੜਾ ਭੌਰ ਸੀ, ਜਿਹੜੀ ਵਿੱਚ ਆਤਮਾ ਸੀ, ਉਹ ਉੱਡ ਗਈ ਹੈ। ਉਸ ਨੂੰ ਕੌਣ ਲੈ ਗਿਆ ਹੈ? ਮਹਾਰਾਜ ਕਹਿੰਦੇ ਉਹਨੂੰ ਜਮਦੂਤ ਸੰਗਲ ਪਾ ਕੇ ਲੈ ਗਏ ਹਨ। ਅੱਗੇ ਜਾ ਕੇ ਇਹਦਾ ਲੇਖਾ ਵਾਚਿਆ ਗਿਆ ਹੈ ਔਰ ਇਹਨੂੰ ਚੰਗੀ ਤਰ੍ਹਾਂ ਸਮਝਾਇਆ ਗਿਆ ਹੈ। ਵੇਖ ਲੈ, ਜਿਹੜੇ ਤੂੰ ਕਰਮ ਕੀਤੇ ਨੇ, ਉਹਨਾਂ ਕਰਮਾਂ ਦਾ ਇਹ ਫਲ ਹੈ। ਫਿਰ ਮਹਾਰਾਜ ਕਹਿੰਦੇ ਉਹਨਾਂ ਕੀਤੇ ਹੋਏ ਕਰਮਾਂ ਦਾ ਚੰਗੀ ਤਰ੍ਹਾਂ ਲੇਖਾ ਸਮਝਾ ਕੇ ਵੀ ਤੈਨੂੰ ਜਿਹੜੀ ਹੁਣ ਸਜ਼ਾ ਮਿਲਣੀ ਹੈ, ਉਹ ਸਜ਼ਾ ਐਵੇਂ ਹੀ ਨਹੀਂ ਮਿਲਣ ਲੱਗੀ, ਤੇਰੇ ਕੀਤੇ ਹੋਏ ਕਰਮਾਂ ਕਰਕੇ ਉਹ ਸਜ਼ਾ ਤੈਨੂੰ ਮਿਲਣ ਲੱਗੀ ਹੈ। ਤੇ ਮਹਾਰਾਜ ਕਹਿੰਦੇ ਇੰਨੀ ਕੁ ਮਾਰ ਉੱਥੇ ਜੀਵ ਨੂੰ ਪੈਂਦੀ ਹੈ, ਬੜਾ ਰੋਂਦਾ ਹੈ, ਪਰ ਕੋਈ ਇਹਦਾ ਰੋਣ ਸੁਣਨ ਵਾਲਾ ਨਹੀਂ ਹੁੰਦਾ। ਇਸ ਤਰ੍ਹਾਂ ਇਸ ਅੰਨੇ ਮਨ ਨੇ ਮਾਇਆ ਦੇ ਮੱਧ ਵਿੱਚ, ਨਸ਼ੇ ਵਿੱਚ ਵਾਹਿਗੁਰੂ ਦੀ ਬੰਦਗੀ ਨਾ ਕੀਤੀ ਤੇ ਕੀਮਤੀ ਜਨਮ ਗਵਾ ਲਿਆ। ਪੌੜੀ ਦੇ ਵਿੱਚ ਮਹਾਰਾਜ ਇਹ ਬਚਨ ਆਖੇ ਨੇ। ਹੁਣ 2 ਸ਼ਲੋਕ ਜਿਹੜੇ ਨੇ, ਪਹਿਲਾ ਸ਼ਲੋਕ ਹੈ ਵਿਸਮਾਦ ਨਾਦ ਵਿਸਮਾਦ ਵੇਦ, ਦੂਸਰਾ ਸ਼ਲੋਕ ਹੈ ਕੁਦਰਤ ਦਿਸੈ ਕੁਦਰਤ ਸੁਣੀਐ। ਤੇ ਜਦੋਂ ਆਪਾਂ ਇਹਨਾਂ ਦੋਵਾਂ ਸ਼ਲੋਕਾਂ ਨੂੰ ਵੇਖਦੇ ਹਾਂ ਤੇ ਇੱਦਾਂ ਲੱਗਦਾ ਵੀ ਇਹ ਪੌੜੀ ਨਾਲੋਂ ਬਿਲਕੁਲ ਜੁਦਾ ਹਨ, ਪੌੜੀ ਨਾਲੋਂ ਬਿਲਕੁਲ ਵੱਖ ਹਨ। ਪਰ ਜਦੋਂ ਆਪਾਂ ਗਹਿਰਾਈ ਨਾਲ ਵਾਚਾਂਗੇ ਪਤਾ ਲੱਗ ਜਾਵੇਗਾ ਇਹ ਸ਼ਲੋਕ ਦੋਵੇਂ ਪੌੜੀ ਨਾਲ ਸੰਬੰਧਿਤ ਹਨ। ਅਸਲ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਇਹਦੇ ਵਿੱਚ ਕਹਿਣਾ ਕੀ ਚਾਹੁੰਦੇ ਹਨ? ਸਾਨੂੰ ਮਹਾਰਾਜ ਉਪਦੇਸ਼ ਕੀ ਦੇ ਰਹੇ ਹਨ? ਪਾਤਸ਼ਾਹ ਕਹਿੰਦੇ ਜਿਹੜੀ ਦੁਨੀਆ ਹੈ ਬੜੀ ਵਿਸਮਾਦ ਪਈ ਹੈ। ਵਿਸਮਾਦ ਦਾ ਵਿਦਵਾਨਾਂ ਨੇ ਬਹੁਤ ਅਰਥ ਕੀਤੇ ਨੇ। ਜੋ ਦਾਸ ਦੇ ਗੋਚਰੇ ਸਮਝ ਪਈ ਹੈ, ਵਿਸਮਾਦ 2 ਤਰ੍ਹਾਂ ਦਾ ਹੈ। ਵਿਸਮਾਦ ਦੀਆਂ ਕਈ ਕਿਸਮਾਂ ਨੇ। ਮੁੱਖ ਰੂਪ ਦੇ ਵਿੱਚ ਵਿਸਮਾਦ 2 ਤਰ੍ਹਾਂ ਦਾ ਹੈ। ਇੱਕ ਜਿਹੜਾ ਹੈ ਪਦਾਰਥ ਦਾ ਵਿਸਮਾਦ ਹੈ। ਇਹ ਸਾਰਾ ਸੰਸਾਰ ਪਦਾਰਥ ਹੈ। ਪਦਾਰਥ ਦੀਆਂ ਵੀ ਨਵੀਆਂ ਨਵੀਆਂ ਖੋਜਾਂ ਹੁੰਦੀਆਂ ਨੇ, ਜਿਸ ਨੂੰ ਵੇਖ ਕੇ ਮਨੁੱਖ ਬੜਾ ਹੈਰਾਨ ਹੋ ਜਾਂਦਾ ਹੈ। ਇਹਦੇ ਅੰਦਰ ਇੱਕ ਝਰਨਾਹਟ ਪੈਦਾ ਹੋ ਜਾਂਦੀ। ਕਈ ਵਾਰ ਐਸੀਆਂ ਚੀਜ਼ਾਂ ਵੇਖ ਕੇ ਬੜਾ ਹੈਰਾਨ ਹੋ ਜਾਂਦਾ ਹੈ, ਸੁੰਨ-ਮਨ ਹੋ ਜਾਂਦਾ ਹੈ। ਪਦਾਰਥ ਦੀ ਖੋਜ ਨੂੰ, ਪਦਾਰਥ ਦੀ ਤਕਨੀਕ ਨੂੰ, ਉਹਦੇ ਰਹੱਸ ਨੂੰ ਵੇਖ ਕੇ ਵੀ ਇਸ ਤਰ੍ਹਾਂ ਦਾ ਸੀ ਇਹ। ਦੂਸਰਾ ਹੈ ਆਤਮਿਕ ਤੌਰ 'ਤੇ ਰੂਹਾਨੀ ਮੰਡਲ ਦਾ ਵਿਸਮਾਦ। ਰੂਹਾਨੀ ਮੰਡਲ ਦਾ ਵਿਸਮਾਦ
ਜਿਸ ਬਾਬਤ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਵਿੱਚ ਕਹਿੰਦੇ ਨੇ, ਬਿਸਮਨ ਬਿਸਮ ਭੇ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ। ਬਿਸਮ ਹੈਰਾਨ ਹੋ ਜਾਣਾ, ਇੱਕ ਹੈਰਾਨੀ ਪਦਾਰਥ ਨੂੰ ਵੇਖ ਕੇ ਹੈ, ਇੱਕ ਹੈਰਾਨੀ ਪਰਮਾਤਮਾ ਦੀ ਰੂਹਾਨੀ ਮੰਡਲ ਦੀ ਉਸ ਗੋਝ ਅਵਸਥਾ ਨੂੰ ਵੇਖ ਕਰਕੇ ਪ੍ਰਾਪਤ ਕਰਕੇ ਹੁੰਦੀ ਹੈ। ਵਿਸਮਾਦ, ਇਹਦੇ ਫਿਰ ਅੱਗੋਂ ਕਈ ਰੂਪ ਹਨ। ਜਿਵੇਂ ਇੱਕ ਦਰਖਤ ਬੂਟਾ ਹੈ, ਉਹਦੇ ਕਈ ਰੂਪ ਨੇ। ਉਹਦਾ ਇੱਕ ਤਣਾ ਹੈ, ਉਹਦੀਆਂ ਪਤਲੀਆਂ ਪਤਲੀਆਂ ਟਾਹਣੀਆਂ ਨੇ, ਵੱਡੇ ਵੱਡੇ ਟਾਹਣੇ ਨੇ, ਉਹਨੂੰ ਫਲ ਵੀ ਲੱਗਦੇ ਨੇ, ਫੁੱਲ ਵੀ ਲੱਗਦੇ ਨੇ, ਪੱਤੇ ਵੀ ਲੱਗਦੇ ਨੇ। ਇਸੇ ਤਰ੍ਹਾਂ ਵਿਸਮਾਦ ਦੀਆਂ ਵੀ ਕਈ ਕਿਸਮਾਂ ਹਨ। ਮੁੱਖ ਰੂਪ ਦੇ ਵਿੱਚ ਵਿਸਮਾਦ ਦੋ ਤਰ੍ਹਾਂ ਦਾ ਹੈ, ਇੱਕ ਪਦਾਰਥ ਦਾ ਹੈ, ਇੱਕ ਪਰਮਾਤਮਾ ਦਾ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜਾ ਸੰਸਾਰਕ ਪਦਾਰਥ ਦਾ ਵਿਸਮਾਦ ਹੈਰਾਨ ਕਰਨ ਵਾਲਾ ਹੈ, ਇਸ ਨੂੰ ਵੇਖ ਕਰਕੇ ਮਨੁੱਖ ਇਹਦੇ ਵਿੱਚ ਫਸ ਗਿਆ ਤੇ ਇਹਦੇ ਵਿੱਚ ਐਸਾ ਫਸਿਆ, ਉਲਝ ਗਿਆ, ਸਾਰਾ ਜੀਵਨ ਦੀ ਤਾਣੀ ਬਾਣੀ ਉਲਝ ਗਈ। ਚਾਹੀਦਾ ਤਾਂ ਅਸੀਂ ਇਸ ਨੂੰ ਵੇਖ ਕਰਕੇ ਉਸ ਵਾਹਿਗੁਰੂ ਨਾਲ ਜੁੜ ਜਾਂਦਾ ਹੈ। ਵਾਹਿਗੁਰੂ ਤੂੰ ਕੈਸਾ ਇਹ ਸੰਸਾਰ ਰਚਿਆ ਹੈ। ਸਾਡਾ ਇਹ ਸਰੀਰ ਵੀ ਤਾਂ ਇੱਕ ਵਿਸਮਾਦੀ ਅਵਸਥਾ ਹੈ। ਵੇਖੋ ਕੈਸਾ ਹੈਰਾਨ ਕਰ ਦੇਣ ਵਾਲਾ ਕੌਤਕ ਹੈ। ਭਗਤ ਰਵਿਦਾਸ ਜੀ ਕਹਿੰਦੇ ਵੇਖੋ ਹੈਰਾਨੀ ਦੀ ਗੱਲ, ਇਹ ਮਿੱਟੀ ਦਾ ਪੁਤਲਾ ਹੈ ਸਾਡਾ ਸਰੀਰ, ਪਰ ਮਾਟੀ ਕੋ ਪੂਤਰਾ ਕੈਸੇ ਨਚਤ ਹੈ। ਦੇਖੈ ਦੇਖੈ ਸੁਣੈ ਬੋਲੇ ਦੌਰਿਓ ਫਿਰਤ ਹੈ ਮਿੱਟੀ ਦਾ ਪੁਤਲਾ। ਵੈਸੇ ਕੋਈ ਮਨੁੱਖ ਮਿੱਟੀ ਦਾ ਇਸ ਤਰ੍ਹਾਂ ਦਾ ਕਲਬੂਤ ਬਣਾਏ ਨੇ, ਆਪਾਂ ਵੇਖਦੇ ਹਾਂ ਪਲਾਸਟਿਕ ਦੇ ਵੀ ਬਣੇ ਹੁੰਦੇ ਨੇ। ਦੇਖ ਕੇ ਬੰਦਾ ਕਈ ਵਾਰ ਬੜਾ ਹੈਰਾਨ ਹੋ ਜਾਂਦਾ ਵੀ ਇਹ ਤਾਂ ਅਸਲੀ ਹੀ ਲੱਗਦਾ ਪਿਆ ਹੈ, ਪਰ ਅਸਲੀ ਨਹੀਂ ਹੁੰਦਾ। ਅਸਲੀ ਭਾਵ ਤੁਰਨ ਫਿਰਨ ਵਾਲਾ ਨਹੀਂ ਹੁੰਦਾ। ਪਰ ਪਰਮਾਤਮਾ ਨੇ ਵੀ ਮਿੱਟੀ ਦਾ ਇਹ ਕਲਬੂਤ ਬਣਾਇਆ। ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਕਿਵੇਂ ਨੱਚਦਾ ਫਿਰਦਾ ਹੈ। ਦੇਖੈ ਦੇਖੈ ਸੁਣੈ ਬੋਲੇ ਦੌਰਿਓ ਫਿਰਤ ਹੈ। ਜਬ ਕਛ ਪਾਵੈ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਵਿਸਮਾਦ ਪਰਮਾਤਮਾ ਨੇ ਜੋ ਕੁਝ ਬਣਾਇਆ ਬੜਾ ਵਿਸਮਾਦ ਬਣਾਇਆ ਹੈ। ਤੂੰ ਇਹਦੇ ਵਿੱਚ ਫਸਣਾ ਨਹੀਂ ਹੈ। ਜਿਵੇਂ ਮਨੁੱਖ ਨਾਟਕ ਚੇਟਕ ਵੇਖਦਾ ਹੈ, ਹੁਣ ਅੱਜ ਕੱਲ੍ਹ TV 'ਤੇ ਆਉਂਦੇ ਨੇ। ਪਹਿਲਾਂ ਪਿੰਡਾਂ ਸ਼ਹਿਰਾਂ ਵਿੱਚ ਰਾਸਧਾਰੀਏ ਆਉਂਦੇ ਸਨ, ਉਹ ਨਾਟਕ ਕਰਿਆ ਕਰਦੇ ਸਨ। ਉਹ ਕੁਝ ਸਮੇਂ ਨਾਟਕ ਵੇਖਿਆ, ਫਿਰ ਬੰਦਾ ਆਪਣਾ ਕੰਮ ਲੱਗ ਜਾਂਦਾ ਵੀ ਸਾਰਾ ਦਿਨ ਨਹੀਂ ਨਾਟਕ ਵੇਖਣਾ। ਕੁਝ ਸਮਾਂ ਵੇਖਿਆ, ਫਿਰ ਆਪਣਾ ਕਾਰੋਬਾਰ, ਆਪਣਾ ਨੌਕਰੀ ਚਾਕਰੀ, ਪਰਿਵਾਰ ਵੱਲ ਧਿਆਨ ਦਿੰਦਾ ਹੈ। ਪਰ ਜੇ ਨਾਟਕ ਵਿੱਚ ਹੀ ਖਚਤ ਹੋ ਜਾਵੇ, ਭੁੱਲ ਜਾਵੇ ਆਪਣੇ ਪਰਿਵਾਰ ਨੂੰ, ਆਪਣੇ ਆਪ ਨੂੰ, ਕੋਈ ਕੰਮ ਨਾ ਕਰੇ, ਉਹ ਖੁਆਰ ਹੋਵੇਗਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਰਹਿਣਾ ਹੈ, ਸੰਸਾਰ ਵਿੱਚ ਵਿਚਰਨਾ ਹੈ, ਪਰ ਯਾਦ ਰੱਖੀ ਇਹਦੇ ਵਿੱਚ ਗੁਆਚਣਾ ਨਹੀਂ। ਆਪਣੇ ਫਰਜ਼ ਨੂੰ ਯਾਦ ਰੱਖੀ ਜੀ। ਉਹ ਫਰਜ਼ ਕੀ ਹੈ? ਭਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਹੁਣ ਆਪਾਂ ਵੇਖਦੇ ਹਾਂ ਕਈ ਕਿਤੇ ਕਿਤੇ ਐਸਾ ਹੋਇਆ ਹੈ ਕਿ ਮਨੁੱਖ ਦੁਨਿਆਵੀ ਫਿਲਮਾਂ ਨਾਟਕ ਵੇਖਦਾ ਵੇਖਦਾ ਪਾਗਲ ਹੋ ਗਿਆ, ਉਸ ਤਰ੍ਹਾਂ ਦੀਆਂ ਹੀ ਹਰਕਤਾਂ ਕਰਨ ਲੱਗ ਪਿਆ। ਉਸ ਬੰਦੇ ਦਾ ਪਰਿਵਾਰ ਉਹਦੇ ਨਾਲ ਫਿਰ ਨਹੀਂ ਰਿਹਾ, ਉਹ ਕਹਿੰਦੇ ਤੇ ਪਾਗਲ ਹੋ ਗਿਆ ਹੈ। ਪਰ ਬਹੁਤ ਘੱਟ ਗੁੰਜਾਇਸ਼ ਹੈ, ਕਿਉਂਕਿ ਬੰਦੇ ਨੂੰ ਦੁਨਿਆਵੀ ਨਾਟਕ ਚੇਟਕ ਵੇਖਦਿਆਂ ਆਪਣਾ ਪਰਿਵਾਰ, ਆਪਣਾ ਕਾਰੋਬਾਰ, ਆਪਣੀ ਨੌਕਰੀ ਚਾਕਰੀ ਸਭ ਯਾਦ ਰਹਿੰਦੀ ਹੈ ਵੀ ਮੈਂ ਉੱਥੇ ਜਾਣਾ ਹੈ। ਪਰ ਮਹਾਰਾਜ ਕਹਿੰਦੇ ਦੁਨੀਆ ਵੀ ਇੱਕ ਨਾਟਕ ਹੈ, ਇਹ ਵੀ ਇੱਕ ਖੇਡ ਹੋ ਰਿਹਾ, ਤਮਾਸ਼ਾ ਹੋ ਰਿਹਾ ਹੈ। ਜਿਵੇਂ ਦਸਮ ਪਾਤਸ਼ਾਹ ਕਹਿੰਦੇ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ।
ਆਪਾਂ ਇਸ ਤਮਾਸ਼ੇ ਵਿੱਚ ਗਵਾਚ ਗਏ, ਆਪਣੀ ਨੌਕਰੀ ਭੁੱਲ ਗਏ, ਆਪਣਾ ਫਰਜ਼ ਭੁੱਲ ਗਏ। ਆਪਣੀ ਨੌਕਰੀ ਹੈ, ਆਪਾਂ ਨੂੰ ਵਾਹਿਗੁਰੂ ਨੇ ਇੱਕ ਨੌਕਰੀ ਦੇ ਕੇ ਭੇਜਿਆ ਵੀ ਤੁਸੀਂ ਬੰਦਗੀ ਦੀ ਨੌਕਰੀ ਕਰਨੀ ਹੈ, ਬੰਦਗੀ ਦਾ ਵਪਾਰ ਕਰਨਾ ਹੈ, ਬੰਦਗੀ ਵਾਲਾ ਕਾਰੋਬਾਰ ਕਰਨਾ, ਇਹ ਤੁਹਾਡਾ ਲਾਜ਼ਮੀ ਹੈ। ਤੋ ਸੰਸਾਰ ਵਿੱਚ ਆ ਕੇ ਜੀ ਫਿਰ ਭੁੱਲ ਜਾਂਦਾ ਵੀ ਬੰਦਗੀ ਕਰਨੀ, ਨਾਮ ਜਪਣਾ। ਤੋ ਇਸ ਕਰਕੇ ਮਹਾਰਾਜ ਪਹਿਲਾਂ ਉਸ ਵਿਸਮਾਦ ਦੀ ਗੱਲ ਕਰਦੇ ਨੇ। ਜੋ ਕੁਝ ਹੋ ਰਿਹਾ ਵਿਸਮਾਦ ਹੋ ਰਿਹਾ ਹੈ, ਪਰ ਇਸ ਵਿਸਮਾਦ ਦੇ ਦੁਆਰਾ ਤੂੰ ਉਸ ਪਰਮਾਤਮਾ ਨਾਲ ਜੁੜਨਾ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੀਸਰੀ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਆਇਆ ਹੈ, ਉਹਦੇ ਵਿੱਚ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਨੇ, ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਸ਼ਲੋਕ ਮਹਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ। ਵਿਸਮਾਦ ਨਾਦ ਜੋ ਧੁਨ ਹੋਰੀ ਆਵਾਜ਼, ਇਹ ਕਈ ਤਰ੍ਹਾਂ ਦੀ ਹੈ। ਆਪਾਂ ਬੋਲਦੇ ਹਾਂ, ਇਹ ਵੀ ਇੱਕ ਆਵਾਜ਼ ਆਪਾਂ ਕਰਦੇ ਹਾਂ। ਕਿਸੇ ਦੀ ਆਵਾਜ਼ ਕਿਸ ਤਰ੍ਹਾਂ ਦੀ ਹੈ, ਕਿਸ ਤਰ੍ਹਾਂ ਦੀ ਆਵਾਜ਼ ਕਿਸ ਤਰ੍ਹਾਂ ਦੀ ਹੈ। ਪੰਛੀਆਂ ਦੀ ਆਵਾਜ਼ ਵੀ ਵੱਖੋ ਵੱਖਰੀ ਹੈ, ਜਾਨਵਰਾਂ ਦੀ, ਕੀੜਿਆਂ ਦੀ, ਮਕੌੜਿਆਂ ਦੀ, ਸਾਰੀ ਬਨਸਪਤੀ ਦੀ, ਪੱਤਿਆਂ ਦੀ, ਸਾਰਿਆਂ ਵਿੱਚੋਂ ਇੱਕ ਸਾਊਂਡ ਪੈਦਾ ਹੋ ਰਿਹਾ, ਆਵਾਜ਼ ਪੈਦਾ ਹੋ ਰਹੀ, ਨਾਦ ਪੈਦਾ ਹੋ ਰਿਹਾ ਹੈ। ਅਤੇ ਜਦੋਂ ਕੋਈ ਆਪਣੀ ਆਵਾਜ਼ ਨਾਲ ਜੁੜਦਾ, ਜਿਵੇਂ ਜਿਵੇਂ ਇਹ ਫਿਰ ਸਾਰੀਆਂ ਆਵਾਜ਼ਾਂ ਵਿਸਮਾਦ ਕਰਨ ਵਾਲੀਆਂ ਪਤਾ ਲੱਗਣ ਲੱਗ ਜਾਂਦਾ ਹੈ। ਸਾਰੀਆਂ ਆਵਾਜ਼ਾਂ ਵਿੱਚ ਇੱਕ ਬੋਲ ਰਿਹਾ ਹੈ ਪਰਮਾਤਮਾ, ਪਰ ਆਪਾਂ ਨੂੰ ਉਹ ਸੁਣਾਈ ਨਹੀਂ ਦੇ ਰਿਹਾ। ਜਦੋਂ ਕੋਈ ਗੁਰੂ ਦਾ ਹੁਕਮ ਮੰਨ ਕੇ ਸ਼ਬਦ ਕਮਾਉਂਦਾ ਹੈ, ਨਾਮ ਜਪਦਾ ਹੈ, ਉਸ ਅਵਸਥਾ 'ਤੇ ਜਾਂਦਾ ਹੈ ਅਤੇ ਉਹ ਫਿਰ ਇਹ ਸਾਰੀ ਆਵਾਜ਼ ਵਿੱਚ ਕੌਣ ਬੋਲ ਰਿਹਾ ਹੈ? ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚੀਟੀ ਭਾਂਜਣ ਹੈ ਬੋ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਬੋਲ ਨਹੀਂ ਰਿਹਾ, ਪਰ ਆਪਾਂ ਕਿਉਂਕਿ ਸਾਡੀ ਉੱਥੇ ਅਵਸਥਾ ਨਹੀਂ ਪਹੁੰਚੀ, ਉਸ ਅਵਸਥਾ ਵਿੱਚ ਨਾ ਪਹੁੰਚਣ ਕਰਕੇ ਸਾਨੂੰ ਇਹ ਆਵਾਜ਼ ਚੰਗੀ ਨਹੀਂ ਲੱਗਦੀ, ਨਾ ਪਸ਼ੂਆਂ ਦੀ, ਨਾ ਪੰਛੀਆਂ ਦੀ, ਨਾ ਜਾਨਵਰਾਂ ਦੀ, ਨਾ ਹੋਰ ਅਨੇਕ ਤਰ੍ਹਾਂ ਦੀ ਆਵਾਜ਼। ਜਦੋਂ ਕੋਈ ਨਾਮ ਜਪ ਕੇ ਉਸ ਅਵਸਥਾ ਵਿੱਚ ਜਾਂਦਾ ਅਤੇ ਉਹ ਹੈਰਾਨ ਹੋ ਜਾਂਦਾ ਵੀ ਇਹ ਸਾਰੀ ਆਵਾਜ਼ ਕਿੱਥੋਂ ਆ ਰਹੀ ਹੈ। ਸਾਰੀ ਆਵਾਜ਼ ਕਿੱਥੋਂ ਆ ਰਹੀ ਹੈ? ਪਰਮਾਤਮਾ ਤੋਂ ਹੋ ਰਹੀ ਹੈ, ਉਸ ਵਾਹਿਗੁਰੂ ਤੋਂ ਹੋ ਰਹੀ ਹੈ। ਤੋ ਉਹ ਆਵਾਜ਼ ਹੈਰਾਨ ਕਰ ਦੇਣ ਵਾਲੀ ਹੈ। ਵਾਹ, ਜਦੋਂ ਕੋਈ ਨਾਮ ਜਪ ਕੇ ਉਸ ਅਵਸਥਾ ਵਿੱਚ ਪਹੁੰਚਦਾ ਹੈ ਤਾਂ ਉਹਨੂੰ ਹਰ ਇੱਕ ਦਾ ਬੋਲਣਾ ਹੈਰਾਨ ਕਰਦਾ ਹੈ। ਪਸ਼ੂ ਬੋਲਣ, ਪੰਛੀ ਬੋਲਣ, ਜਾਨਵਰ ਬੋਲਣ, ਮਨੁੱਖ ਬੋਲਣ, ਉਹ ਸੁਣ ਸੁਣ ਕੇ ਬੜਾ ਹੈਰਾਨ ਹੁੰਦਾ ਕਿ ਪਰਮਾਤਮਾ ਦੇਖੋ ਇੱਕ ਐਸੀ ਖੇਡ ਰਚੀ ਹੈ। ਵਿਸਮਾਦ ਨਾਦ ਵਿਸਮਾਦ ਵੇਦ। ਵੇਦ ਦਾ ਇੱਥੇ ਅਰਥ ਹੈ ਜਿੰਨੇ ਵੀ ਧਾਰਮਿਕ ਗ੍ਰੰਥ ਨੇ, ਜਿਨ੍ਹਾਂ ਵਿੱਚ ਰੱਬ ਨੂੰ ਮਿਲਣ ਦੇ ਭੇਦ ਛੁਪੇ ਹੋਏ ਨੇ। ਜਿਵੇਂ ਜਿਵੇਂ ਕੋਈ ਉਹਨਾਂ ਗ੍ਰੰਥਾਂ ਨੂੰ ਪੜ੍ਹਦਾ ਹੈ, ਹੈਰਾਨ ਹੁੰਦਾ ਹੈ ਕਿ ਵੇਖੋ ਪਰਮਾਤਮਾ ਦੇ ਮਿਲਣ ਦੇ ਭੇਦ ਕਿਵੇਂ ਛੁਪੇ ਹੋਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਹਰ ਇੱਕ ਅੱਖਰ ਦੇ ਵਿੱਚ ਪਰਮਾਤਮਾ ਨੂੰ ਮਿਲਣ ਦਾ ਭੇਦ ਛੁਪਿਆ ਹੋਇਆ ਹੈ। ਪਰ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਇਸ ਨੂੰ ਖੋਜ ਨਹੀਂ ਸਕੇ। ਵੇਖੋ, ਖੋਜਣਾ ਪਵੇਗਾ ਤਾਂ ਗੱਲ ਬਣੇਗੀ। ਜਦੋਂ ਇਹ ਵੇਖੋ ਜਿੰਨੇ ਵੀ ਸੰਸਾਰ ਦੇ ਵਿੱਚ ਉਪਕਰਨ ਹਨ, ਮੋਬਾਈਲ ਹੈ, ਕੰਪਿਊਟਰ ਹੈ, ਕੋਈ ਚੀਜ਼ ਵੀ ਹੈ, ਗੱਡੀਆਂ ਨੇ, ਇਹਨਾਂ ਦੀ ਪਹਿਲਾਂ ਖੋਜ ਹੁੰਦੀ ਹੈ ਬਹੁਤ। ਹਰ ਇੱਕ ਚੀਜ਼ 'ਤੇ ਰਿਸਰਚ ਕਰਦੇ ਨੇ ਵਾਰ-ਵਾਰ। ਵਿਗਿਆਨਕ ਜਿਹੜੇ ਮਕੈਨਿਕ ਹੁੰਦੇ ਨੇ, ਖੋਜ ਕਰਨ ਵਾਲੇ, ਉਹ ਖੋਜ ਕਰਦੇ ਨੇ।
ਖੋਜ ਕਰ ਕਰਕੇ ਫਿਰ ਉਹ ਪਦਾਰਥ ਦੇ ਵਿੱਚੋਂ ਹੀ, ਮਟੀਰੀਅਲ ਦੇ ਵਿੱਚੋਂ ਹੀ ਇਹ ਚੀਜ਼ਾਂ ਪੈਦਾ ਹੋਈਆਂ ਨੇ ਸਾਰੀਆਂ। ਵੇਖੋ ਗੱਡੀ ਕਿਵੇਂ ਪੈਟਰੋਲ ਨਾਲ ਚੱਲਦੀ ਹੈ, ਕੋਈ ਡੀਜ਼ਲ ਨਾਲ ਚੱਲਦੀ ਹੈ, ਕੈਸੀਆਂ ਚੀਜ਼ਾਂ ਬਣ ਗਈਆਂ ਨੇ। ਇਹ ਤਕਨੀਕ ਪਰ ਕਿਵੇਂ ਨਹੀਂ ਬਣ ਗਈ, ਇਹ ਬੜੀ ਕਿਸੇ ਨੇ ਦਿਮਾਗ ਲਾਇਆ, ਕਿਸੇ ਨੇ ਖੋਜ ਕੀਤੀ ਇਹਦੇ 'ਤੇ ਵਾਰ ਫਿਰ ਜਾ ਕੇ ਚੀਜ਼ਾਂ ਪੈਦਾ ਹੋਈਆਂ ਨੇ। ਇਸੇ ਤਰ੍ਹਾਂ ਗੁਰਮੁਖੋ, ਜਦੋਂ ਤੱਕ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਨਹੀਂ ਖੋਜਦੇ, ਇਹਦੇ 'ਤੇ ਬੜਾ, ਜਿੱਥੇ ਖੋਜ ਹੁੰਦੀ ਹੈ ਨਾ, ਜਿੱਥੇ ਸਾਇੰਸਦਾਨ ਖੋਜ ਕਰਦੇ ਨੇ, ਉੱਥੇ ਆਮ ਬੰਦੇ ਨੂੰ ਜਾਣ ਦਾ ਅਧਿਕਾਰ ਨਹੀਂ ਹੁੰਦਾ। ਉੱਥੇ ਬਸ ਉਹ ਖੋਜ ਦੇ ਨਾਲ ਜਿਹੜੇ ਰਿਲੇਟਡ ਬੰਦੇ ਹੁੰਦੇ ਨੇ ਉਹੀ ਫਿਰ ਕਰਦੇ ਨੇ ਵਾਰ ਉਹ ਫਿਰ ਇਕਾਂਤ ਵਿੱਚ ਰਹਿ ਕੇ ਬੜੇ ਧਿਆਨ ਨਾਲ, ਬੜੀ ਇਕਾਗਰਤਾ ਨਾਲ ਸਰਚ ਕਰਕੇ ਫਿਰ ਉਹ ਚੀਜ਼ ਨੂੰ ਪੈਦਾ ਕਰਦੇ ਨੇ। ਇਸੇ ਤਰ੍ਹਾਂ ਵਾਹਿਗੁਰੂ ਨੂੰ ਮਿਲਣਾ ਹੈ ਤਾਂ ਗੁਰਬਾਣੀ ਦਾ ਅਭਿਆਸ, ਖੋਜ, ਸਿਮਰਨ ਇਹ ਲਗਾਤਾਰ ਕਰਨਾ ਪਵੇਗਾ। ਇਕਾਂਤ ਵਿੱਚ ਬੈਠ ਕੇ ਇਹਦਾ ਅਭਿਆਸ ਕਰਕੇ ਫਿਰ ਉਹ ਖੋਜ ਪੈਦਾ ਹੁੰਦੀ ਹੈ, ਉਹ ਗਿਆਨ ਪੈਦਾ ਹੁੰਦਾ ਹੈ। ਮਹਾਰਾਜ ਕਹਿੰਦੇ ਵੇਦਾਂ ਦੇ ਵਿੱਚ, ਭਾਵ ਧਾਰਮਿਕ ਗ੍ਰੰਥਾਂ ਦੇ ਵਿੱਚ ਜੋ ਗਿਆਨ ਛੁਪਿਆ ਹੋਇਆ ਹੈਰਾਨ ਕਰ ਦੇਣ ਵਾਲਾ ਹੈ, ਪਰ ਖੋਜੇ ਕੌਣ? ਆਪ ਸੰਗਤਾਂ ਨੂੰ ਪਤਾ ਹੋਵੇਗਾ, ਪਹਿਲਾਂ ਮੰਤਰਾਂ ਨਾਲ ਇਲਾਜ ਹੁੰਦੇ ਸੀ। ਕਿਸੇ ਨੂੰ ਤਾਪ ਚੜ੍ਹਨਾ, ਮੰਤਰ ਪੜ੍ਹਨਾ, ਤਾਪ ਲੈ ਜਾਣਾ। ਸਿਰ ਪੀੜ ਹੋਣਾ, ਦਰਦ ਹੋਣਾ, ਉਹਦਾ ਮੰਤਰ ਪੜ੍ਹਨਾ, ਠੀਕ ਹੋ ਜਾਣਾ। ਇਹ ਦਾੜ੍ਹਾਂ ਦਰਦ ਹੁੰਦੀਆਂ ਨੇ, ਇਹਦੇ ਮੰਤਰ ਪੜ੍ਹਦੇ ਨੇ। ਉਹ ਪਹਿਲਾਂ ਇਹ ਸ਼ਬਦ ਦੀ ਖੋਜ, ਐਸੇ ਗ੍ਰੰਥ ਪਏ ਨੇ, ਉਹਨਾਂ ਵਿੱਚ ਐਸੇ ਭੇਦ ਛੁਪੇ ਹੋਏ ਨੇ, ਉਹਨਾਂ 'ਤੇ ਰਿਸਰਚ ਕਰਨੀ, ਉਹਨਾਂ ਦਾ ਵਾਰ ਅਭਿਆਸ ਕਰਕੇ, ਪਰਪੱਕ ਕਰਕੇ ਫਿਰ ਉਹਨਾਂ ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਇਹਦੇ ਬਾਰੇ ਅਕਸਰ ਬੇਨਤੀ ਕਰੀ ਦੀ ਹੈ। ਆਪਾਂ ਤਾਂ ਬਸ ਇਹ 2-3 ਕੰਮਾਂ ਵਾਸਤੇ ਵਰਤਦੇ ਹਾਂ, ਵੀ ਕੋਈ ਪੁਰਾਣੀ ਚੜ੍ਹਾਈ ਕਰ ਗਿਆ ਉਹਦਾ ਭੋਗ ਪਾ ਦੇਣਾ ਹੈ, ਕੋਠੀ ਬਣਾਈ ਉਹਦਾ ਉਦਘਾਟਨ ਕਰਨਾ ਹੈ, ਬੱਚੇ ਦਾ ਜਨਮ ਹੋ ਗਿਆ ਤੇ ਸੋਹਣੀ ਸਾਹਿਬ ਕਰਾ ਲੈਣਾ ਹੈ, ਵਿਆਹ ਹੈ ਤੇ ਤਾਂ। ਐਸਾ ਨਹੀਂ ਵੀ ਇਹ ਨਾ ਹੀ ਕਰਨ ਵਾਸਤੇ, ਮਹਾਰਾਜ ਕਹਿੰਦੇ ਕਰੋ, ਪਰ ਇਸ ਤੋਂ ਅੱਗੇ ਵੀ ਗੁਰਬਾਣੀ ਨੂੰ ਖੋਜੋ। ਬਸ ਆਪਾਂ ਇੱਥੇ ਤੱਕ ਸੀਮਤ ਰਹਿ ਗਏ ਵੀ ਇੰਨਾ ਕੁ ਬਸ, ਜਾਂ ਗੁਰਦੁਆਰੇ ਆਏ ਤੇ ਮੱਥਾ ਟੇਕਿਆ, ਇੱਥੋਂ ਬਸ ਕੜਾਹ ਪ੍ਰਸ਼ਾਦੀ ਦੇਖ ਲਈ, ਚਲੇ ਗਏ। ਇੱਦੋਂ ਬਾਅਦ ਅੱਗੇ ਕੁਝ ਨਹੀਂ, ਵੀ ਸਾਨੂੰ ਬਾਣੀ ਵਿੱਚੋਂ ਕੀ ਗਿਆਨ ਮਿਲਿਆ ਹੈ, ਬਾਣੀ ਦਾ ਅਭਿਆਸ ਕੀ ਕਰਨਾ ਹੈ। ਆਪਾਂ ਬਸ ਕਰਮ ਕਾਂਡ ਤੱਕ ਸੀਮਤ ਰਹਿ ਗਏ ਵੀ ਇੰਨਾ ਕੁ ਕੰਮ। ਆਉਣਾ ਹੈ ਗੁਰਦੁਆਰੇ, ਮੱਥਾ ਵੀ ਟੇਕਣਾ, ਦੇਗ ਵੀ ਲੈਣੀ ਹੈ, ਸਾਰਾ ਕੁਝ ਕਰਨਾ, ਪਰ ਨਾਲ ਸ਼ਬਦ ਨੂੰ ਵੀ ਖੋਜਣਾ ਹੈ। ਬੱਚੇ ਦਾ ਵਿਆਹ ਹੈ, ਅਖੰਡ ਪਾਠ ਕਰਾਓ, ਜਨਮ ਦਿਨ ਹੈ ਕਰਾਓ, ਕੋਈ ਇਤਰਾਜ਼ ਨਹੀਂ, ਪਰ ਉੱਥੋਂ ਤੱਕ ਹੀ ਸੀਮਤ ਨਾ ਰਹਿ ਜਾਓ ਜੀ, ਵੀ ਅਖੰਡ ਪਾਠ ਕਰਾ ਲਿਆ, ਹੁਣ ਆਪਾਂ ਕਦੀ ਸ਼ਬਦ ਨੂੰ ਪੜ੍ਹਨਾ ਹੀ ਨਹੀਂ ਹੈ, ਬਾਣੀ ਪੜ੍ਹਨੀ ਨਹੀਂ ਹੈ। ਤੋ ਇਹ ਖੋਜ ਕਰਨੀ ਪਵੇਗੀ, ਵਾਰ ਖੋਜ ਕਰਕੇ ਫਿਰ ਸਾਨੂੰ ਅੰਦਰੋਂ ਜਿਹੜਾ ਗਿਆਨ ਮਿਲੇਗਾ, ਹੈਰਾਨ ਕਰ ਦੇਵੇਗਾ। ਪਰ ਬੰਦਾ ਹੈਰਾਨ ਹੁੰਦਾ ਵੀ ਅੱਗੇ ਇੰਨਾ ਚਿਰ ਮੱਥਾ ਟੇਕਦਾ ਰਿਹਾ, ਐਵੇਂ ਜਿਵੇਂ ਹੁਣ ਕਈ ਐਸੇ ਮਿਲਦੇ ਨੇ ਗੁਰਮੁਖ ਪਿਆਰੇ, ਉਹ ਜਦੋਂ ਬਾਣੀ ਦਾ ਰਸ ਆਉਣ ਲੱਗ ਪਿਆ, ਕਹਿੰਦੇ ਪਹਿਲਾਂ ਤਾਂ ਐਵੇਂ ਝਾਕੀ ਮਾਰਦੇ ਰਹੇ ਹਾਂ ਹੋਰ ਪਾਸੇ, ਕਹਿੰਦੇ ਹੁਣ ਜਦੋਂ ਗੁਰਬਾਣੀ ਨਾਲ ਜੁੜੇ ਤੇ ਇਹ ਜਿਹੜਾ ਸਾਨੂੰ ਸਵਾਦ ਆਇਆ, ਗੁਰਬਾਣੀ ਵਿੱਚੋਂ ਰਸ ਆਇਆ ਹੈ, ਇਹ ਤਾਂ ਬੜਾ ਕੀਮਤੀ ਸੀ। ਪਹਿਲਾਂ ਕਦੇ ਗੁਰਦੁਆਰੇ ਵੜਨ ਨੂੰ ਦਿਲ ਨਹੀਂ ਸੀ ਕਰਦਾ, ਜਪਜੀ ਸਾਹਿਬ ਪੜ੍ਹਨ ਨੂੰ ਦਿਲ ਨਹੀਂ ਸੀ ਕਰਦਾ। ਤੋ ਉਹ ਸ਼ਬਦ ਦਾ ਅਭਿਆਸ ਕਰਕੇ ਉਹ ਫਿਰ ਅਵਸਥਾ ਬਣਦੀ ਹੈ, ਜੀਵ ਹੈਰਾਨ ਹੋ ਜਾਂਦਾ ਵੀ ਇਹਨਾਂ ਗ੍ਰੰਥਾਂ ਦੇ ਅੰਦਰ, ਧਾਰਮਿਕ ਗ੍ਰੰਥਾਂ ਦੇ ਅੰਦਰ ਐਸਾ ਗਿਆਨ ਛੁਪਿਆ। ਭਗਤ ਕਬੀਰ ਸਾਹਿਬ ਨੇ ਤਾਂ ਹੀ ਆਖਿਆ ਹੈ, ਕਈ ਐਸੇ ਬੇਸਮਝ ਲੋਕ ਉਹ ਗ੍ਰੰਥਾਂ ਦੀ ਨਿੰਦਿਆ ਕਰਨ ਲੱਗ ਜਾਂਦੇ ਨੇ, ਧਾਰਮਿਕ ਗ੍ਰੰਥਾਂ ਦੀ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਉਹ ਤੈਨੂੰ ਵਿਚਾਰ ਕਰਨੀ ਤਾਂ ਆਪ ਨਹੀਂ ਆਈ, ਤੂੰ ਕਹਿਣਾ ਉਹ ਗ੍ਰੰਥ ਚੰਗਾ ਨਹੀਂ ਹੈ, ਉਹ ਗ੍ਰੰਥ ਚੰਗਾ ਨਹੀਂ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਵਿਸਮਾਦ ਜੀ ਵਿਸਮਾਦ ਭੇਦ,
ਇਹ ਵਾਹਿਗੁਰੂ ਪਰਮਾਤਮਾ ਦੇ ਬਣਾਏ ਹੋਏ ਜੀਵ ਵੇਖੋ ਕੈਸੇ ਵਿਸਮਾਦ ਖੇਡ ਹੈ ਉਹਦੀ, ਕਿਸ ਕਿਸ ਤਰ੍ਹਾਂ ਦੇ ਜੀਵ ਬਣਾ ਦਿੱਤੇ ਹਨ। ਫਿਰ ਵਿਸਮਾਦ ਭੇਦ, ਕੁਦਰਤ ਦੇ ਵਿੱਚ ਕਈ ਤਰ੍ਹਾਂ ਦੇ ਭੇਦ ਛੁਪੇ ਨੇ। ਸਾਡੇ ਸਰੀਰ ਦੇ ਕਿੰਨੇ ਭੇਦ ਨੇ ਦੱਸ ਹੀ ਨਹੀਂ ਸਕਦੇ। ਮਹਾਰਾਜ ਕਹਿੰਦੇ ਬਾਣੀ ਪੜ੍ਹਿਆ ਕਰੋ, ਧਿਆਨ ਨਾਲ ਕਮਾਓ ਇਹਨੂੰ, ਤੁਹਾਨੂੰ ਪਤਾ ਲੱਗ ਜਾਵੇਗਾ। ਸੁਣਿਆ ਜੋਗ ਜੁਗਤ ਤਨ ਭੇਦ, ਜਪਜੀ ਸਾਹਿਬ ਪੜ੍ਹਦੇ ਆ ਨਾ ਆਪਾਂ, ਸੁਣਿਆ ਜੋਗ ਜੁਗਤ ਤਨ ਭੇਦ। ਇਹ ਕਈ ਤਰ੍ਹਾਂ ਦੇ ਭੇਦ ਤੈਨੂੰ ਮਿਲਣ ਲੱਗ ਜਾਂਦੇ। ਜੋਗ ਦੇ, ਜੁਗਤੀਆਂ ਕਈ ਤਰ੍ਹਾਂ ਦੀਆਂ, ਸਰੀਰ ਦੇ ਸਾਰੀ ਪ੍ਰਣਾਲੀ ਦਾ, ਸਾਰੇ ਸਰੀਰ ਦਾ ਗਿਆਨ, ਆਤਮਾ ਦਾ ਗਿਆਨ, ਇਹ ਸਾਰਾ ਨਾਮ ਦੇ ਵਿੱਚ ਛੁਪਿਆ ਹੋਇਆ, ਬਾਣੀ ਦੇ ਵਿੱਚ ਛੁਪਿਆ ਹੋਇਆ ਹੈ। ਪਰ ਉਸ ਲੈਵਲ 'ਤੇ ਕਮਾਣਾ ਪਵੇਗਾ ਬਾਣੀ ਨੂੰ, ਤਾਂ ਜਾ ਕੇ ਗੱਲ ਬਣੇਗੀ। ਵਿਸਮਾਦ ਰੂਪ, ਵਿਸਮਾਦ ਰੰਗ, ਇਹ ਕੁਦਰਤ ਦਾ ਜੀਵਾਂ ਦਾ ਰੂਪ ਜਿਹੜਾ ਹੈ, ਇਹ ਵੀ ਵਿਸਮਾਦ ਕਰਨ ਵਾਲਾ ਹੈ, ਹੈਰਾਨ ਕਰਨ ਵਾਲਾ ਹੈ। ਕਿਸ ਤਰ੍ਹਾਂ ਦਾ ਪ੍ਰਮਾਤਮਾ ਨੇ ਵੇਖੋ ਕਿਸੇ ਨੂੰ ਕਿਸ ਤਰ੍ਹਾਂ ਦਾ ਰੂਪ ਦੇਤਾ, ਕਿਸੇ ਨੂੰ ਕਿਸੇ ਤਰ੍ਹਾਂ ਦਾ। ਔਰ ਜਿਹੜੇ ਰੰਗ ਹਨ ਉਹ ਵੀ ਪ੍ਰਮਾਤਮਾ ਨੇ ਵੇਖੋ ਫੁੱਲਾਂ ਦੇ ਵਿੱਚ ਕਿੰਨੇ ਤਰ੍ਹਾਂ ਦੇ ਰੰਗ ਭਰ ਦਿੱਤੇ। ਬੰਦਿਆਂ ਦੇ ਕਈ ਰੰਗ ਨੇ, ਕਈ ਤਰ੍ਹਾਂ ਦਾ। ਇਹਦੇ ਅਰਥ ਬਹੁਤ ਡੂੰਘੇ ਹਨ। ਇਹ ਤਾਂ ਸਿੰਪਲ ਜਿਹੇ ਅਰਥ ਕਰ ਰਹੇ ਹਾਂ, ਸੌਖੇ ਜਿਹੇ ਅਰਥ, ਕਿਉਂਕਿ ਜੇ ਆਪਾਂ ਇੱਕ ਇੱਕ ਅੱਖਰ ਨੂੰ ਖੋਲ੍ਹੀਏ ਚੰਗੀ ਤਰ੍ਹਾਂ ਤੇ ਬੜਾ ਲੰਮਾ ਸਮਾਂ ਲੱਗ ਜਾਏਗਾ। ਆਸਾ ਕੀ ਵਾਰ ਦੀ ਕਥਾ 'ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿਸਮਾਦ ਨਾਂਗੇ ਫਿਰੇ ਜੰਤ, ਨੰਗੇ ਫਿਰਦੇ ਨੇ ਜੀਵ ਜੰਤੂ ਪਰਮਾਤਮਾ ਦੇ। ਇਹ ਵੀ ਉਹਦੀ ਵਿਸਮਾਦਮਈ ਖੇਡ ਹੈ, ਉਹਨਾਂ ਨੂੰ ਪਤਾ ਹੀ ਨਹੀਂ ਹੈ। ਬੰਦਾ ਆਪਣਾ ਤਨ ਨਹੀਂ ਨਗਨ ਰੱਖੇਗਾ, ਪਰ ਪਸ਼ੂ ਪੰਛੀ ਜਾਨਵਰ ਉਹ ਤੁਰੇ ਫਿਰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਨੰਗੇ ਹਾਂ। ਇਹ ਵਾਹਿਗੁਰੂ ਦੀ ਐਸੀ ਖੇਡ ਹੈ, ਕਿਸ ਨੂੰ ਕਿਸ ਤਰ੍ਹਾਂ ਦਾ ਬਣਾਇਆ, ਕਿਸੇ ਨੂੰ ਕਿਸ ਤਰ੍ਹਾਂ ਦਾ ਬਣਾਇਆ ਹੈ। ਵਿਸਮਾਦ ਪੌਣ, ਵਿਸਮਾਦ ਪਾਣੀ। ਪੌਣ ਜਿਹੜੀ ਹਵਾ ਚੱਲ ਰਹੀ ਹੈ, ਇਹ ਵੀ ਦੇਖੋ ਹਵਾ ਧਰਤੀ 'ਤੇ ਚੱਲ ਰਹੀ ਹੈ, ਆਕਾਸ਼ ਵਿੱਚ ਨਹੀਂ। ਉੱਥੇ ਆਕਸੀਜਨ ਨਹੀਂ ਹੈ। ਜਿਹੜੇ ਆਕਾਸ਼ ਵਿੱਚ ਖੋਜ ਕਰਨ ਜਾਂਦੇ ਨੇ ਉੱਥੇ ਆਕਸੀਜਨ ਲਾਉਣ ਲੱਗ ਜਾਂਦੇ ਨੇ, ਉੱਥੇ ਨਹੀਂ ਹੈ। ਫਿਰ ਹਵਾ ਵੀ ਕਈ ਤਰ੍ਹਾਂ ਦੀ ਹੈ। ਕਈ ਬੰਦਾ ਮਾਇਆ ਦੇ ਨਸ਼ੇ ਵਿੱਚ ਔਖਾ ਜਿਹਾ ਬੋਲਣ ਲੱਗ ਜੇ, ਆਪਾਂ ਕਹਿੰਦੇ ਹਵਾ ਕਰਦਾ ਹੈ, ਉਹ ਵੀ ਇੱਕ ਹਵਾ ਹੈ। ਸਾਡੇ ਅੰਦਰ ਵੀ ਕਈ ਤਰ੍ਹਾਂ ਦੀ ਹਵਾ ਹੈ। 5 ਤਰ੍ਹਾਂ ਦੇ ਪ੍ਰਾਣ ਮੰਨੇ ਨੇ, 5 ਤਰ੍ਹਾਂ ਦੀ ਹਵਾ ਜਿਹੜੀ ਹੈ ਮੰਨੀ ਹੈ। ਅਤੇ ਪੌਣ ਇਹ ਜਿਹੜੀ ਹਵਾ ਕਈ ਪ੍ਰਕਾਰ ਦੀ ਹੈ, ਇਹਦੀ ਗਤੀ ਵੀ ਕਈ ਤਰ੍ਹਾਂ ਦੀ, ਇਹਦੇ ਕਰਮ ਵੀ ਕਈ ਤਰ੍ਹਾਂ ਦੇ ਹਨ। ਤੋ ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਜੋ ਕੁਦਰਤ ਦਾ ਪਸਾਰਾ ਵਰਤਿਆ ਹੈ, ਇਹਦੇ ਵਿੱਚ ਮਹਾਰਾਜ ਉਹ ਸਾਨੂੰ ਫਰਮਾਨ ਕਰਕੇ ਸਮਝਾ ਰਹੇ ਨੇ ਕਿ ਵਾਹਿਗੁਰੂ ਦੇ ਨਾਮ ਨਾਲ ਜੁੜ, ਨਹੀਂ ਤਾਂ ਇਹਦੇ ਵਿੱਚ ਉਲਝ ਕੇ ਆਪਣੇ ਜਨਮ ਨੂੰ ਗਵਾ ਲਵੇਂਗਾ। ਉਸ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਓ। ਸਤਿਗੁਰੂ ਜੀ ਦੇ ਇਹ ਪਾਵਨ ਅੰਮ੍ਰਿਤ ਬਚਨਾਂ ਦੀ ਜੋ ਬਾਕੀ ਵਿਚਾਰ ਹੈ ਉਹ ਆਪਾਂ ਆਉਣ ਵਾਲੇ ਸਮੇਂ ਅੰਦਰ ਕਰਾਂਗੇ। ਮਹਾਰਾਜ ਕਹਿੰਦੇ ਵਿਸਮਾਦ ਅਗਨੀ ਖੇਡੈ ਵਿਡਾਣੀ। ਪਾਣੀ ਵੀ ਕਈ ਤਰ੍ਹਾਂ ਦਾ ਹੈ, ਅਗਨ ਵੀ ਕਈ ਤਰ੍ਹਾਂ ਦੀ ਹੈ। ਇੱਕ ਸਮੁੰਦਰ ਵਿੱਚ ਅਗਨੀ ਹੁੰਦੀ ਹੈ, ਬਿੜਵਾ ਅਗਨੀ। ਇੱਕ ਦਰਵ ਅਗਨੀ ਹੁੰਦੀ ਹੈ ਜਿਹੜੀ ਲੱਕੜਾਂ ਵਿੱਚ ਹੁੰਦੀ ਹੈ। ਇੱਕ ਜਠਰ ਅਗਨ ਜਿਹੜੀ ਸਾਡੇ ਅੰਦਰ ਹੈ। ਔਰ ਇਹਦੀਆਂ ਵੀ ਕਈ ਤਰ੍ਹਾਂ ਦੀਆਂ ਖੇਡਾਂ ਹਨ। ਉਹ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਕੇ ਫਰਮਾਨ ਦੇ ਕਰਕੇ ਸਮਝਾ ਰਹੇ ਹਨ। ਬੇਅੰਤ ਤਰ੍ਹਾਂ ਦੀ ਇਹ ਕੁਦਰਤ ਹੈ ਔਰ ਵਾਹਿਗੁਰੂ ਦੀ ਇਹ ਸਾਰੀ ਕਲਾ ਵਰਤ ਰਹੀ ਹੈ। ਸਤਿਗੁਰੂ ਜੀ ਮਿਹਰਾਮਤ ਕਰਨ, ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਕੇ ਬਾਣੀ ਨਾਲ ਜੁੜ ਕੇ ਲਾ ਲੈ ਸਕੀ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।